ਸਤਿ ਸ਼੍ਰੀ ਅਕਾਲ ਜੀ। ਕਿਤਾਬ ਸ਼ੁਭ ਇਛਾਵਾਂ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਘਰ ਅਤੇ ਮਕਾਨ। ਘਰ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਸਾਡਾ ਦਿਲ ਲੱਗ ਜਾਵੇ, ਜਿੱਥੇ ਜਾਣ ਲਈ ਸਾਡਾ ਦਿਲ ਤੰਗੇ ਅਤੇ ਜਿੱਥੇ ਸਾਨੂੰ ਸਾਹ ਸੌਖ ਆਵੇ। ਲੋਕਾਂ ਦੀ ਬਹੁ ਗਿਣਤੀ ਮਕਾਨਾਂ ਵਿੱਚ ਰਹਿੰਦੀ ਹੈ। ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਬੜੀ ਥੋੜ੍ਹੀ ਹੈ। ਸਾਰੇ ਮਨੁੱਖੀ ਯਤਨ ਸੁਖਦਾਇਕ ਘਰ ਉਸਾਰਨ ਦਾ ਉਪਰਾਲਾ ਹੀ ਹੁੰਦੇ ਹਨ। ਜਿੱਥੇ ਕਿਰਾਇਆ ਦੇਣਾ ਪਵੇ ਉਹ ਮਕਾਨ ਹੁੰਦਾ ਹੈ, ਜਿੱਥੇ ਸੁੱਚਾ ਪਿਆਰ ਮਿਲੇ ਉਹ ਘਰ ਹੁੰਦਾ ਹੈ। ਘਰ ਸਭ ਪ੍ਰਕਾਰ ਦੇ ਪਿਆਰ ਦਾ ਸਰੋਤ ਹੁੰਦਾ ਹੈ। ਜਦੋਂ ਕਿ ਸਾਨੂੰ ਚੰਗਾ ਲੱਗਦਾ ਹੈ ਤਾਂ ਅਸੀਂ ਉਸ ਨੂੰ ਆਪਣੇ ਘਰ ਬੁਲਾਉਂਦੇ ਹਾਂ ਜਾਂ ਉਸ ਦੇ ਘਰ ਜਾਂਦੇ ਹਾਂ ਜਾਂ ਉਸ ਨਾਲ ਘਰ ਵਸਾਉਣਾ ਚਾਹੁੰਦੇ ਹਾਂ। ਸਾਡਾ ਬਹੁਤਾ ਵਿਹਾਰ ਅਤੇ ਸਾਡੀ ਬੋਲਚਾਲ ਦੇ ਅਨੇਕਾਂ ਹੀ ਸ਼ਬਦ ਘਰ ਦੇ ਸੰਦਰਭ ਵਿੱਚ ਹੀ ਅਰਥਪੂਰਨ ਹੁੰਦੇ ਹਨ। ਘਰ ਮਨੁੱਖ ਦਾ ਜਨਮ ਸਥਾਨ ਹੀ ਨਹੀਂ ਹੁੰਦਾ, ਉਸ ਦੀ ਹਰ ਪ੍ਰਕਾਰ ਦੀ ਮੁੱਢਲੀ ਤਸੱਲੀ, ਖੁਸ਼ੀ ਅਤੇ ਸਿਖਲਾਈ ਦਾ ਕੇਂਦਰ ਵੀ ਹੁੰਦਾ ਹੈ। ਕਿਸੇ ਦੇਸ਼ ਦੇ ਘਰਾਂ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਸ ਦੇਸ਼ ਦੀ ਸੋਚ ਕਿਹੋ ਜਿਹੀ ਹੈ, ਉਸ ਦੇਸ਼ ਦੇ ਉਦੇਸ਼ ਕੀ ਹੋ ਸਕਦੇ ਹਨ। ਨਿੱਕੇ ਨਿੱਕੇ ਘਰ ਕਿਸੇ ਕੌਮ ਦੇ ਛੋਟੇ ਛੋਟੇ ਕਿਲੇ ਹੁੰਦੇ ਹਨ। ਜਦੋਂ ਅਸੀਂ ਘਰੋਂ ਬਾਹਰ ਜਾਂਦੇ ਹਾਂ ਤਾਂ ਸਾਡਾ ਸਰੀਰ ਹੀ ਬਾਹਰ ਜਾਂਦਾ ਹੈ। ਸਾਡੀ ਰੂਹ ਅਤੇ ਦਿਲ, ਸਾਡੇ ਅਰਮਾਨ ਅਤੇ ਸੁਪਨੇ ਸਾਡੇ ਘਰ ਦੇ ਨਿੱਘ ਵਿੱਚ ਪਿੱਛੇ ਰਹਿ ਜਾਂਦੇ ਹਨ। ਅਸੀਂ ਭਾਵੇਂ ਸਾਰੀ ਉਮਰ ਵਿਦੇਸ਼ਾਂ ਵਿੱਚ ਨਾ ਜਾਈਏ ਤਾਂ ਵੀ ਸਾਡਾ ਗੁਜ਼ਾਰਾ ਹੋ ਜਾਵੇਗਾ, ਪਰ ਵਿਦੇਸ਼ਾਂ ਵਿੱਚ ਗਏ ਲੋਕ ਘਰ ਮੁੜਨ ਲਈ ਤਾਂਘਦੇ ਰਹਿੰਦੇ ਹਨ। ਉਹ ਭਾਵੇਂ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲੈਣ, ਉਹਨਾਂ ਦੇ ਦਿਲ ਦੀਆਂ ਅੱਖਾਂ ਆਪਣੇ ਵਤਨ ਵਿੱਚ, ਆਪਣੇ ਘਰ ਦੀ ਤਲਾਸ਼ ਵਿੱਚ ਲੁੱਛਦੀਆਂ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਸੰਸਾਰ ਦੇ ਲੋਕਾਂ ਦੀ ਬਹੁ ਗਿਣਤੀ ਆਪਣੀ ਜਨਮ ਭੂਮੀ ਦੇ ਨੇੜੇ ਤੇੜੇ ਹੀ ਰਹਿੰਦੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਕੁਝ ਲੋਕ ਲਾਹੌਰ ਦੀਆਂ ਜਾਂ ਆਪਣੇ ਸ਼ਹਿਰ ਦੀਆਂ ਜਾਂ ਆਪਣੇ ਪਿੰਡ ਦੀਆਂ ਗੱਲਾਂ ਕਰਦੇ ਕਰਦੇ ਬੜੇ ਭਾਵੁਕ ਹੋ ਜਾਂਦੇ ਹਨ। ਇਸ ਭਾਵੁਕਤਾ ਦਾ ਡੂੰਘਾ ਮਨੋਵਿਗਿਆਨਿਕ ਕਾਰਨ ਹੁੰਦਾ ਹੈ। ਜਿਸ ਥਾਂ ਸਾਡੇ ਦਿਲ ਨੇ ਪਹਿਲੀ ਵਾਰ ਉਡਾਰੀ ਮਾਰੀ ਹੋਵੇ, ਜਿੱਥੇ ਸਾਡੀ ਸੂਝ ਦੀਆਂ ਅੱਖਾਂ ਖੁੱਲੀਆਂ ਹੋਣ, ਜਿੱਥੇ ਖੂਬਸੂਰਤੀ ਦੇ ਲਿਸ਼ਕਾਰੇ ਨਾਲ ਸਾਡੀ ਰੂਹ ਮਚਲ ਪਈ ਹੋਵੇ, ਉਹ ਥਾਂ ਸਾਡੀ ਕਲਪਨਾ ਅਤੇ ਸੋਚ ਦਾ ਆਧਾਰ ਬਣ ਜਾਂਦੀ ਹੈ ਅਤੇ ਅਸੀਂ ਮੁੜ ਘਿੜ ਕੇ ਇਸੇ ਥਾਂ ਵਾਪਸ ਮੁੜ ਆਉਂਦੇ ਹਾਂ। ਇਹਨਾਂ ਘੜੀਆਂ ਵਿੱਚ ਹੀ ਅਸੀਂ ਆਪਣੇ ਮਨ ਵਿੱਚ ਘਰ ਦੇ ਨਿੱਘ ਅਤੇ ਸੁੱਖ ਦਾ ਪਹਿਲਾ ਤਸੱਵਰ ਉਸਾਰਦੇ ਹਾਂ। ਘਰ ਦੇ ਅਰਥ ਪੁਰਸ਼ ਲਈ ਹੋਰ ਅਤੇ ਔਰਤ ਲਈ ਹੋਰ ਹੁੰਦੇ ਹਨ। ਹਰ ਮਨੁੱਖ ਆਪਣੇ ਸੁਪਨਿਆਂ ਵਿੱਚ ਅਨੇਕਾਂ ਵਾਰ ਆਪਣਾ ਘਰ ਉਸਾਰਦਾ ਹੈ। ਜਿੱਥੇ ਕਿਧਰੇ ਉਸ ਦਾ ਦਿਲ ਸੌਖ ਨਾਲ ਧੜਕਦਾ ਹੈ, ਜਿੱਥੇ ਉਸ ਦੇ ਕਦਮਾਂ ਵਿੱਚ ਕਾਹਲ ਨਹੀਂ ਹੁੰਦੀ, ਜਿੱਥੇ ਚਿਰ ਮਗਰੋਂ ਮੁੜਨ ਨਾਲ ਉਸ ਨੂੰ ਇਵੇਂ ਖੁਸ਼ੀ ਚੜ੍ਹਦੀ ਹੈ ਜਿਵੇਂ ਲਲਾਰੀ ਦੇ ਤਸਲੇ ਵਿੱਚ ਕੱਪੜੇ ਨੂੰ ਰੰਗ ਚੜ੍ਹਦਾ ਹੈ, ਉਹ ਥਾਂ ਭਾਵੇਂ ਕਿਤਨੀ ਵੀ ਉਜਾੜ ਕਿਉਂ ਨਾ ਹੋਵੇ, ਘਰ ਅਖਵਾਉਂਦੀ ਹੈ। ਜਦੋਂ ਘਰ ਦੇ ਸਾਰੇ ਜੀਅ ਘਰ ਵਿੱਚ ਹੋਣ ਤਾਂ ਮਨ ਨੂੰ ਇੱਕ ਅਕਹਿ ਜਿਹੀ ਤਸੱਲੀ ਹੁੰਦੀ ਹੈ। ਆਪਣੇ ਘਰ ਵਿੱਚ ਪਹੁੰਚ ਕੇ ਹੀ ਇਹ ਤਸੱਲੀ ਹੁੰਦੀ ਹੈ ਕਿ ਦੁਨੀਆ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਸਾਨੂੰ ਵੇਖ ਕੇ ਖੁਸ਼ ਹੁੰਦੇ ਹਨ। ਘਰ ਸਾਡੇ ਅਨੇਕਾਂ ਦੋਸ਼ਾਂ ਨੂੰ ਢੱਕਦਾ ਹੈ। ਘਰ ਇੱਕ ਬੰਦ ਮੁੱਠੀ ਵਾਂਗ ਹੁੰਦਾ ਹੈ। ਜਿਹੜੀ ਗੱਲ ਸੰਸਾਰ ਵਿੱਚ ਕਿਧਰੇ ਵੀ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ, ਉਹ ਆਪਣੇ ਘਰ ਵਿੱਚ ਬਿਨਾਂ ਕਿਸੇ ਠੱਠੇ ਮਖੌਲ ਜਾਂ ਆਲੋਚਨਾ ਦੇ ਡਰ ਤੋਂ ਸਹਿਜ ਹੀ ਕੀਤੀ ਜਾ ਸਕਦੀ ਹੈ। ਕਹਿੰਦੇ ਹਨ ਕਿ ਮਨੁੱਖ ਪੂਰਨ ਭਾਂਤ ਦੋ ਥਾਵਾਂ 'ਤੇ ਆਜ਼ਾਦ ਹੁੰਦਾ ਹੈ, ਗੁਸਲਖਾਨੇ ਵਿੱਚ ਅਤੇ ਆਪਣੇ ਬੱਚਿਆਂ ਕੋਲ, ਅਤੇ ਇਹ ਦੋਵੇਂ ਅਵਸਥਾਵਾਂ ਘਰ ਵਿੱਚ ਹੀ ਸੰਭਵ ਹੁੰਦੀਆਂ ਹਨ। ਕਿਸੇ ਹੋਰ ਦੇ ਘਰ ਸਾਡੇ ਰਹਿਣ ਟਿਕਣ ਦੀਆਂ ਕਿੰਨੀਆਂ ਵੀ ਸਹੂਲਤਾਂ ਕਿਉਂ ਨਾ ਹੋਣ, ਅਸੀਂ ਉਖੜੇ ਅਨੁਭਵ ਕਰਦੇ ਹਾਂ। ਆਪਣੇ ਘਰ ਵਿੱਚ ਆਉਣ ਵਾਲੀ ਨੀਂਦਰ ਦਾ ਸਵਾਦ ਹੀ ਹੋਰ ਹੁੰਦਾ ਹੈ। ਪੂਰਨ ਆਰਾਮ ਆਪਣੇ ਘਰ ਵਿੱਚ ਹੀ ਸੰਭਵ ਹੁੰਦਾ ਹੈ। ਬਿਮਾਰ ਨੂੰ ਅਰੋਗ ਹੋਣ ਲਈ ਜਿਸ ਆਰਾਮ ਦੀ ਲੋੜ ਹੁੰਦੀ ਹੈ, ਉਹ ਉਸ ਨੂੰ ਆਪਣੇ ਘਰ ਵਿੱਚ ਹੀ ਮਿਲ ਸਕਦਾ ਹੈ। ਕਦੀ ਵੀ ਕਿਸੇ ਨੂੰ ਆਪਣੇ ਘਰ ਜਲਦੀ ਮੁੜਨ ਦਾ ਪਛਤਾਵਾ ਨਹੀਂ ਹੁੰਦਾ। ਜਿਸ ਸੌਖ ਨਾਲ ਅਸੀਂ ਆਪਣੇ ਘਰ ਵਿੱਚ ਘੁੰਮਦੇ ਫਿਰਦੇ ਹਾਂ, ਉਹ ਸੌਖ ਹੋਰ ਕਿਧਰੇ ਨਹੀਂ ਮਿਲਦੀ। ਸਾਡਾ ਢਿੱਡ ਅਤੇ ਸਾਡੀ ਅੱਖ ਘਰ ਵਿੱਚ ਹੀ ਰੱਜਦੀ ਹੈ। ਘਰ ਵਿੱਚ ਜਦੋਂ ਬੱਚੇ ਆਪਣੇ ਪਿਤਾ ਦਾ ਮਨ ਨਸ਼ਿਆ ਰਹੇ ਹੋਣ ਤਾਂ ਮਾਂ ਆਪਣੇ ਪਤੀ ਦੇ ਮਨ ਦੀ ਹਾਲਤ ਜਾਣ ਜਾਂਦੀ ਹੈ। ਘਰ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਮਾਂ ਬੱਚਿਆਂ ਲਈ ਕੁਝ ਬਣਾਉਂਦੀ ਪਕਾਉਂਦੀ ਹੀ ਰਹਿੰਦੀ ਹੈ, ਜਿੱਥੇ ਪਿਓ ਬੱਚਿਆਂ ਦੀ ਸਵਾਰੀ ਲਈ ਘੋੜਾ ਬਣਦਾ ਹੈ ਅਤੇ ਜਿੱਥੇ ਬੱਚੇ ਆਪਣੇ ਮਾਪਿਆਂ 'ਤੇ ਖਿੜਖੜਾ ਕੇ ਹੱਸ ਸਕਦੇ ਹਨ। ਮਜ਼ਦੂਰ ਮਿਸਤਰੀ ਮਾਲਕ ਲਈ ਮਕਾਨ ਉਸਾਰਦੇ ਹਨ, ਪਰ ਉਸ ਨੂੰ ਘਰ ਵਿੱਚ ਬਦਲਣ ਦਾ ਕ੍ਰਿਸ਼ਮਾ ਔਰਤ ਕਰ ਵਿਖਾਉਂਦੀ ਹੈ। ਕਹਿੰਦੇ ਹਨ ਜਦੋਂ ਤੁਸੀਂ ਬਹੁਤ ਖੁਸ਼ ਹੋਵੋ ਜਾਂ ਬਹੁਤ ਉਦਾਸ ਹੋਵੋ ਤਾਂ ਘਰ ਵਿੱਚ ਹੀ ਰਹੋ,
ਅਤੇ ਕੋਈ ਵੱਡਾ ਜਾਂ ਮਹਿੰਗਾ ਫੈਸਲਾ ਕਰਨਾ ਹੋਵੇ ਤਾਂ ਉਸ ਬਾਰੇ ਸੋਚਣ ਦਾ ਕਾਰਜ ਆਪਣੇ ਘਰ ਵਿੱਚ ਹੀ ਕਰੋ। ਦੇਸ਼ ਪਿਆਰ ਵੀ ਘਰ ਦੇ ਪਿਆਰ ਤੋਂ ਹੀ ਸ਼ੁਰੂ ਹੁੰਦਾ ਹੈ। ਜਿਸ ਦਾ ਆਪਣੇ ਘਰ ਵਿੱਚ ਦਿਲ ਨਹੀਂ ਲੱਗਦਾ ਉਹ ਸਭ ਥਾਂ ਸ਼ਰਨਾਰਥੀਆਂ ਵਾਂਗ ਹੀ ਵਿਚਰੇਗਾ। ਜੇ ਕਿਸੇ ਨੂੰ ਪੜ੍ਹਨ ਲਿਖਣ ਦਾ ਸ਼ੌਂਕ ਹੋਵੇ ਤਾਂ ਛੁੱਟੀਆਂ ਗੁਜ਼ਾਰਨ ਲਈ ਘਰ ਤੋਂ ਵਧੀਆ ਹੋਰ ਕੋਈ ਥਾਂ ਹੋ ਹੀ ਨਹੀਂ ਸਕਦੀ। ਜਿਨ੍ਹਾਂ ਲੋਕਾਂ ਨੇ ਸੰਸਾਰ ਵਾਸਤੇ ਕੁਝ ਕੀਤਾ ਹੈ ਉਹ ਬਹੁਤਾ ਚਿਰ ਆਪਣੇ ਘਰ ਵਿੱਚ ਹੀ ਕਾਰਜਸ਼ੀਲ ਰਹੇ ਹਨ। ਜਿਨ੍ਹਾਂ ਨੇ ਦੁਨੀਆ ਗਾਹੀ ਹੈ ਉਹਨਾਂ ਨੇ ਵੀ ਸਿਫਤ ਘਰ ਦੀ ਹੀ ਕੀਤੀ ਹੈ। ਅਖਾਣ ਹੈ, ਜੋ ਸੁੱਖ ਛੱਜੂ ਦੇ ਚੁਬਾਰੇ ਉਹ ਨਾ ਬਲਖ ਨਾ ਬੁਖਾਰੇ। ਘਰ ਇੱਕ ਥਾਂ ਮਾਤਰ ਹੀ ਹੁੰਦਾ ਹੈ, ਪਰ ਇਸ ਜਿਹੀ ਹੋਰ ਕੋਈ ਥਾਂ ਨਹੀਂ ਹੁੰਦੀ। ਲੇਖਕ, ਕਵੀ, ਸੰਗੀਤਕਾਰ ਅਤੇ ਚਿੱਤਰਕਾਰ ਆਦਿ ਬਹੁਤਾ ਸਮਾਂ ਆਪਣੇ ਘਰ ਹੀ ਗੁਜ਼ਾਰਦੇ ਹਨ। ਉਹ ਲੋਕ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਆਪਣੇ ਘਰ ਨਾਲ ਪਿਆਰ ਹੈ ਅਤੇ ਉਸ ਨੂੰ ਹੋਰ ਸੋਹਣਾ ਬਣਾਉਣ ਲਈ ਉਹ ਤਤਪਰ ਰਹਿੰਦੇ ਹਨ। ਹੋਟਲ ਜਾਂ ਹੋਸਟਲਾਂ ਵਿੱਚ ਭਾਵੇਂ ਸੰਸਾਰ ਭਰ ਦੇ ਸੁੱਖ ਕਿਉਂ ਨਾ ਇਕੱਠੇ ਕਰ ਦਿੱਤੇ ਜਾਣ, ਉਹ ਘਰ ਦਾ ਬਦਲ ਨਹੀਂ ਹੋ ਸਕਦੇ। ਅਸੀਂ ਬਾਹਰ ਸਮੱਸਿਆਵਾਂ, ਪਰੇਸ਼ਾਨੀਆਂ ਅਤੇ ਬਿਮਾਰੀਆਂ ਸਹੇੜਦੇ ਹਾਂ ਅਤੇ ਘਰ ਵਿੱਚ ਇਹਨਾਂ ਤੋਂ ਛੁਟਕਾਰਾ ਪਾਉਂਦੇ ਹਾਂ। ਕਿਸੇ ਵਿਅਕਤੀ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਉਹ ਆਪਣੇ ਘਰ ਵਿੱਚ ਰਹਿਣ ਤੋਂ ਅੱਕ ਗਿਆ ਹੈ। ਅੱਕਦੇ ਅਸੀਂ ਵਿਅਕਤੀ ਤੋਂ ਹਾਂ, ਆਪਣੇ ਘਰ ਤੋਂ ਨਹੀਂ। ਕਦੀ ਕਿਸੇ ਨੇ ਨਵੀਂ ਥਾਂ ਦੀ ਖਿੱਚ ਕਾਰਨ ਖਿੜੇ ਮੱਥੇ ਆਪਣਾ ਵਰਤਮਾਨ ਘਰ ਨਹੀਂ ਤਿਆਗਿਆ। ਰੁਜ਼ਗਾਰ ਦੀਆਂ ਮਜਬੂਰੀਆਂ ਭਾਵੇਂ ਸਾਨੂੰ ਘਰ ਛੱਡਣ ਲਈ ਬੇਵਸ ਕਰ ਦੇਣ, ਪਰ ਘਰ ਮੁੜਨ ਦਾ ਕੋਈ ਅਵਸਰ ਅਸੀਂ ਖੁਜਾਉਂਦੇ ਨਹੀਂ। ਤਰਕ ਦੇ ਆਧਾਰ ਤੇ ਘਰ ਸੰਬੰਧੀ ਚਰਚਾ ਨਹੀਂ ਕੀਤੀ ਜਾ ਸਕਦੀ। ਘਰ ਸੰਬੰਧੀ ਗੱਲ ਕਰਦਿਆਂ ਸਾਡਾ ਭਾਵੁਕ ਹੋ ਜਾਣਾ ਸੁਭਾਵਿਕ ਹੁੰਦਾ ਹੈ। ਘਰ ਦੀ ਨਾ ਤਾਂ ਪਰਿਭਾਸ਼ਾ ਸੰਭਵ ਹੈ ਅਤੇ ਨਾ ਹੀ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਮਹਿਸੂਸ ਕਰਨ ਵਾਲਾ ਸੰਕਲਪ ਹੈ। ਘਰ ਦਾ ਮਹੱਤਵ ਘਰੋਂ ਦੂਰ ਜਾਣ ਉੱਤੇ ਹੀ ਪਤਾ ਲੱਗਦਾ ਹੈ। ਮਨੁੱਖ ਦੀ ਕਿਸਮਤ ਦਾ ਸੰਕਲਪ ਵੀ ਜਨਮ ਲੈਣ ਵੇਲੇ ਉਸ ਦੇ ਆਪਣੇ ਘਰ ਦੇ ਸੰਦਰਭ ਵਿੱਚ ਹੀ ਹੁੰਦਾ ਹੈ। ਸਾਡੀਆਂ ਆਦਤਾਂ ਅਤੇ ਪਿਆਰ ਸਾਡੇ ਘਰਾਂ ਵਿੱਚ ਹੀ ਪਲਦੇ ਹਨ ਅਤੇ ਇਹਨਾਂ ਰਾਹੀਂ ਹੀ ਸਾਡੀ ਸ਼ਖਸੀਅਤ ਨੂੰ ਗੁਲਾਈ ਮਿਲਦੀ ਹੈ। ਅਸੀਂ ਕਿਧਰੇ ਵੀ ਹੋਈਏ, ਸੁੱਤੇ ਸਿੱਧ ਆਪਣੇ ਘਰ ਵੱਲ ਵਹਿ ਤੁਰਦੇ ਹਾਂ, ਜਿਵੇਂ ਪਾਣੀ ਨਿਮਾਣ ਵੱਲ ਵਹਿ ਤੁਰਦਾ ਹੈ। ਕਿਸੇ ਘਰ ਨੂੰ ਘਰ ਬਣਾਉਣ ਵਿੱਚ ਬੱਚਿਆਂ ਅਤੇ ਬੁੱਢਿਆਂ ਦਾ ਵਡਮੁੱਲਾ ਹੱਥ ਹੁੰਦਾ ਹੈ। ਬੱਚਿਆਂ ਬਿਨਾਂ ਘਰ ਫੌਜੀਆਂ ਦੀ ਛਾਉਣੀ ਪ੍ਰਤੀਤ ਹੁੰਦਾ ਹੈ, ਸਾਫ਼-ਸਾਫ਼ ਪਰ ਓਪਰਾ-ਓਪਰਾ ਤੇ ਰੁੱਖਾ-ਰੁੱਖਾ। ਦੇਸ਼ ਨਿਕਾਲੇ ਦੇ ਅਰਥ ਅਸਲ ਵਿੱਚ ਕਿਸੇ ਵਿਅਕਤੀ ਨੂੰ ਆਪਣੇ ਘਰ ਨਾਲੋਂ ਤੋੜਨਾ ਵਿਛੋੜਨਾ ਹੁੰਦੇ ਹਨ। ਘਰ ਦੀ ਖਿੱਚ ਸਾਨੂੰ ਅਨੇਕਾਂ ਤੰਗੀਆਂ, ਮਜਬੂਰੀਆਂ, ਮਾਯੂਸੀਆਂ ਅਤੇ ਗਰੀਬੀਆਂ ਨੂੰ ਬਰਦਾਸ਼ਤ ਕਰਨ ਦਾ ਸਿਦਕ ਅਤੇ ਸਿਰੜ ਪ੍ਰਦਾਨ ਕਰਦੀਆਂ ਹਨ। ਮਾਰੂਥਲਾਂ ਵਿੱਚ, ਪਹਾੜੀ ਖੁੰਦਰਾਂ ਵਿੱਚ, ਉਜਾੜ ਬਿਆਬਾਨਾਂ ਵਿੱਚ ਵੀ ਘਰ ਦੀ ਖਿੱਚ ਲੋਕਾਂ ਨੂੰ ਅਕਹਿ ਅਤੇ ਅਸਹਿ ਮੁਸ਼ਕਲਾਂ ਦੇ ਬਾਵਜੂਦ ਘਰ ਨਾਲ ਜੋੜੀ ਰੱਖਦੀ ਹੈ। ਜਵਾਲਾਮੁਖੀਆਂ ਕੋਲ, ਹੜ੍ਹਾਂ ਨਾਲ ਉਛਲ ਪੈਂਦੇ ਦਰਿਆਵਾਂ ਕੋਲ ਵੀ ਲੋਕ ਕਿਉਂ ਵਸਦੇ ਹਨ? ਸਪਸ਼ਟ ਹੈ ਕਿ ਅਜਿਹੇ ਲੋਕਾਂ ਨੂੰ ਆਪਣੇ ਘਰ ਨਾਲ ਮੁਹੱਬਤ ਹੁੰਦੀ ਹੈ ਅਤੇ ਮੁਹੱਬਤ ਖਤਰਿਆਂ ਨੂੰ ਖਤਰਾ ਨਹੀਂ ਸਮਝਦੀ। ਜਿਨ੍ਹਾਂ ਨੂੰ ਘਰ ਦੀ ਯਾਦ ਸਤਾਉਂਦੀ ਹੈ ਉਹਨਾਂ ਨੂੰ ਹੋਰ ਕਿਸੇ ਵੀ ਚੀਜ਼ ਨਾਲ ਭਰਮਾਇਆ ਨਹੀਂ ਜਾ ਸਕਦਾ। ਆਪਣੇ ਘਰ ਤੋਂ ਦੂਰ ਰਹਿਣ ਦੀ ਮਜਬੂਰੀ ਸਾਡੀ ਜ਼ਿੰਦਗੀ ਦੀਆਂ ਅਨੇਕਾਂ ਖੁਸ਼ੀਆਂ ਨੂੰ ਚੱਟ ਜਾਂਦੀ ਹੈ। ਜਦੋਂ ਸਾਰੀ ਦੁਨੀਆ ਸਾਡੇ ਨਾਲ ਦੁਸ਼ਮਣੀ ਕਰਦੀ ਹੈ, ਉਦੋਂ ਵੀ ਘਰ ਦੀ ਦਹਲੀਜ਼ ਖਿੜੇ ਮੱਥੇ ਸਾਡਾ ਸਵਾਗਤ ਕਰਦੀ ਹੈ। ਘਰ ਦੇ ਅਰਥ ਇੱਕ ਕਮਰੇ ਤੋਂ ਸਾਰੀ ਦੁਨੀਆ ਤੱਕ ਹੋ ਸਕਦੇ ਹਨ, ਜਿਸ ਵਿਚਕਾਰ ਮੁਹੱਲਾ, ਗਲੀ, ਪਿੰਡ, ਸ਼ਹਿਰ, ਪ੍ਰਾਂਤ ਸਭ ਆ ਜਾਂਦੇ ਹਨ। ਜਿਉਂ-ਜਿਉਂ ਸਾਡੀ ਸੋਚਣੀ, ਕਲਪਨਾ ਅਤੇ ਸ਼ਖਸੀਅਤ ਵਿੱਚ ਵਿਕਾਸ ਹੁੰਦਾ ਹੈ, ਘਰ ਦੇ ਅਰਥਾਂ ਵਿੱਚ ਵਿਸਥਾਰ ਹੁੰਦਾ ਰਹਿੰਦਾ ਹੈ। ਕਮੀਨੇ ਵਿਅਕਤੀ ਦੀ ਇਹ ਪਹਿਚਾਣ ਹੁੰਦੀ ਹੈ ਕਿ ਉਸ ਦਾ ਆਪਣੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਅਤੇ ਉਹ ਜਦੋਂ ਜਾਂਦਾ ਵੀ ਹੈ ਤਾਂ ਘਰ ਵਿੱਚ ਹੀ ਮੋਰਚਾ ਲਾ ਲੈਂਦਾ ਹੈ। ਘਰ ਸੀਮੈਂਟ, ਬਜਰੀ ਅਤੇ ਸਰੀਏ ਨਾਲ ਨਹੀਂ, ਸਗੋਂ ਸਾਡੀਆਂ ਭਾਵਨਾਵਾਂ, ਰੀਝਾਂ, ਸੁਪਨਿਆਂ ਅਤੇ ਮਿਹਨਤੀ ਯਤਨਾਂ ਨਾਲ ਉਸਰਦੇ ਹਨ। ਜਿਨ੍ਹਾਂ ਲੋਕਾਂ ਨੂੰ ਕੁਝ ਸਮੇਂ ਮਗਰੋਂ ਮਕਾਨ ਬਦਲਣ ਦੀ ਆਦਤ ਹੁੰਦੀ ਹੈ, ਉਹ ਘਰ ਦੇ ਨਵੇਂ ਅਨੁਭਵ ਤੋਂ ਕੋਰੇ ਰਹਿੰਦੇ ਹਨ ਅਤੇ ਉਹਨਾਂ ਦੀ ਸ਼ਖਸੀਅਤ ਵਿੱਚ ਬੇਚੈਨੀ ਪਸਰੀ ਹੁੰਦੀ ਹੈ। ਘਰ ਆਲੇ ਦੁਆਲੇ ਵਾਲੀ ਚਾਰ ਦੀਵਾਰੀ ਅਤੇ ਉਸ ਸਥਾਨ ਨੂੰ ਕਹਿੰਦੇ ਹਨ ਜਿਸ ਨਾਲ ਅਸੀਂ ਇਕਸੁਰ ਹੋ ਸਕੀਏ। ਟੱਪਰੀ ਵਾਸਾਂ ਲਈ ਉਹਨਾਂ ਦਾ ਰਾਹ ਹੀ ਉਹਨਾਂ ਦਾ ਘਰ ਹੁੰਦਾ ਹੈ। ਉਮਰ ਕੈਦ ਭੁਗਤਣ ਵਾਲੇ ਕੈਦੀ ਨੂੰ ਜੇਲ੍ਹ ਹੀ ਆਪਣਾ ਘਰ ਪ੍ਰਤੀਤ ਹੁੰਦੀ ਹੈ। ਜਲਾਵਤਨ ਹੋਏ ਵਿਅਕਤੀ ਜਾਂ ਸ਼ਰਨਾਰਥੀ ਆਨੇ ਬਹਾਨੇ ਆਪਣੇ ਘਰ ਮੁੜਨ ਦਾ ਉਪਰਾਲਾ ਕਰ ਹੀ ਲੈਂਦੇ ਹਨ। ਜਦੋਂ ਅਸੀਂ ਮੈਂ, ਮੇਰਾ, ਸਾਡਾ ਆਦਿ ਦਾ ਉਚਾਰਨ ਕਰਦੇ ਹਾਂ ਤਾਂ ਇੱਕ ਪ੍ਰਕਾਰ ਨਾਲ ਅਸੀਂ ਆਪਣੇ ਘਰ ਦੀ ਵਿਆਖਿਆ ਹੀ ਕਰ ਰਹੇ ਹੁੰਦੇ ਹਾਂ। ਕਈ ਲੋਕ ਘਰ ਮੁੜਨ ਦੀ ਗੱਲ ਕਰਦੇ ਹਨ, ਜਦੋਂ ਕਿ ਅਸਲੀਅਤ ਇਹ ਹੁੰਦੀ ਹੈ ਕਿ ਉਹ ਘਰੋਂ ਤੁਰੇ ਹੀ ਨਹੀਂ ਹੁੰਦੇ।
ਘਰ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਜੋ ਵੀ ਕੋਈ ਆਉਂਦਾ ਹੈ ਉਸ ਨੂੰ ਸਨਮਾਨ ਅਤੇ ਕੁਝ ਨਾ ਕੁਝ ਖਾਣ ਪੀਣ ਲਈ ਪ੍ਰਾਪਤ ਹੁੰਦਾ ਹੈ। ਮਕਾਨ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਹਰ ਕਿਸੇ ਦਾ ਕੁਝ ਨਾ ਕੁਝ ਗਵਾਚ ਜਾਂਦਾ ਹੈ। ਤੁਸੀਂ ਆਪ ਸੋਚੋ, ਤੁਸੀਂ ਮਕਾਨ ਵਿੱਚ ਰਹਿੰਦੇ ਹੋ ਕਿ ਘਰ ਵਿੱਚ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੇਖ ਨਾਲ।